ਤੁਸੀਂ ਦੇਖ ਰਹੇ ਹੋ ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਤੇ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਚੱਠਾ। ਚਰਚਾ ਕਰਾਂਗੇ ਹੁਣ ਤੱਕ ਦੀਆਂ ਵੱਡੀਆਂ ਤੇ ਕੁਝ ਅਹਿਮ ਖਬਰਾਂ ਨੂੰ ਲੈ ਕੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਭ੍ਰਿਸ਼ਟ ਮੰਤਰੀਆਂ ਨੂੰ ਸਿੱਧੀ ਚੇਤਾਵਨੀ ਦਿੱਤੀ ਗਈ ਹੈ। ਕਿਸ ਕਿਸ ਦਾ ਨੰਬਰ ਲੱਗਣ ਜਾ ਰਿਹਾ ਹੈ, ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਤੇ ਨਾਲ ਹੀ ਚਰਚਾ ਕਰਾਂਗੇ ਕਾਂਗਰਸ ਦੇ ਮੰਤਰੀ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆ ਦੀ ਉਹਨਾਂ ਨੂੰ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ। ਕੀ ਆ ਪੂਰਾ ਮਾਮਲਾ, ਇਸ ਦੇ ਮੁਤਲਕ ਵੀ ਚਰਚਾ ਕਰਾਂਗੇ। ਨਾਲ ਹੀ ਗੱਲਬਾਤ ਕਰਾਂਗੇ ਕੁੰਵਰ ਵਿਜੇ ਪ੍ਰਤਾਪ ਦੀ। ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਬੇਅਦਬੀ ਮਾਮਲੇ ਦਾ ਮੁੱਦਾ ਚੁੱਕਦੇ ਨਜ਼ਰ ਆਉਣਗੇ ਵਿਧਾਨ ਸਭਾ 'ਚ, ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਤੇ ਨਾਲ ਹੀ ਗੱਲ ਕਰਾਂਗੇ ਉਧਵ ਠਾਕਰੇ ਦੀ। ਤਾਂ ਬਹੁਮਤ ਸਾਬਤ ਕਰਨ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਗਿਆ, ਕੀ ਕਾਰਨ ਨਜ਼ਰ ਆ ਰਹੇ ਨੇ, ਇਸ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ। ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਸ਼ਾਮਲ ਨੇ ਸਿਆਸੀ ਮਾਹਿਰ ਪ੍ਰੋਫੈਸਰ ਮਨਜੀਤ ਸਿੰਘ ਅਣਖੀ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਅਣਖੀ ਸਾਹਿਬ, ਪ੍ਰੋਗਰਾਮ 'ਚ ਨਿੱਘਾ ਸਵਾਗਤ ਹੈ ਜੀ। ਬਹੁਤ ਬਹੁਤ ਸ਼ੁਕਰੀਆ ਚੱਠਾ ਸਾਹਿਬ। ਅਣਖੀ ਸਾਹਿਬ, ਜਿਸ ਤਰੀਕੇ ਦੇ ਨਾਲ ਜਦੋਂ ਤੋਂ ਮਾਨ ਸਰਕਾਰ ਬਣੀ ਹੈ ਤਾਂ ਲਗਾਤਾਰ ਕਈ ਸਾਬਕਾ ਮੰਤਰੀਆਂ ਦੇ ਨੰਬਰ ਲੱਗਦੇ ਨਜ਼ਰ ਆ ਰਹੇ ਨੇ। ਜਿਸ ਤਰੀਕੇ ਦੇ ਨਾਲ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਆਪਾਂ ਗੱਲ ਕਰੀਏ ਤਾਂ ਇੱਕ ਵਾਰ ਫਿਰ ਤੋਂ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਸਿੱਧੀ ਚੇਤਾਵਨੀ ਦਿੱਤੀ ਹੈ ਕਿ ਜਿਨ੍ਹਾਂ ਨੇ ਵੀ ਪੰਜਾਬ ਦਾ ਖਜ਼ਾਨਾ ਲੁੱਟਿਆ ਹੈ, ਭ੍ਰਿਸ਼ਟਾਚਾਰ ਕੀਤੀ ਹੈ ਤੇ ਉਹਨਾਂ ਦਾ ਨੰਬਰ ਹੈ ਜਿਹੜਾ ਲੱਗੇਗਾ, ਉਹਨਾਂ ਤੋਂ ਪੈਸੇ ਜਿਹੜੇ ਨੇ ਉਹ ਕੱਢੇ ਜਾਣਗੇ। ਤਾਂ ਕਿਵੇਂ ਦੇਖਦੇ ਹੋ, ਹੁਣ ਕਿਸ ਦੀ ਵਾਰੀ ਨਜ਼ਰ ਆ ਰਹੀ ਹੈ? ਦੇਖੋ, ਕੱਲ ਭਗਵੰਤ ਮਾਨ ਹੋਣੀ ਵਿਧਾਨ ਸਭਾ 'ਚ ਜਦੋਂ ਬੋਲਦੇ ਪਏ ਸੀ ਜੀ ਤਾਂ ਉਹਨਾਂ ਨੇ ਸਾਬਕਾ ਕਾਂਗਰਸੀ ਮੰਤਰੀਆਂ ਜਾਂ ਅਕਾਲੀ ਜਿਹੜੇ ਵੀ ਭ੍ਰਿਸ਼ਟ ਰਹੇ ਨੇ ਉਹਨਾਂ ਦੇ ਸੰਬੰਧੀ ਸਿੱਧੀ ਚੇਤਾਵਨੀ ਦਿੰਦਿਆਂ ਹੋਇਆ ਇੰਨੀ ਗੱਲ ਕਹੀ ਆ ਕਿ ਉਹ ਭਾਵੇਂ ਕਿਸੇ ਵੀ ਵੱਡੀ ਰਾਜਸੀ ਪਾਰਟੀ 'ਚ ਚਲੇ ਜਾਣ, ਉਹ ਬਖਸ਼ੇ ਨਹੀਂ ਜਾਣਗੇ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਆ ਤੇ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਪਾਇਆ। ਤੇ ਉਹਨਾਂ ਦਾ ਸਿੱਧਾ ਇਸ਼ਾਰਾ ਜਿਹੜਾ ਸੀ ਸ਼ਾਮ ਸੁੰਦਰ ਅਰੋੜਾ, ਬਲਬੀਰ ਸਿੰਘ ਸਿੱਧੂ, ਦੂਸਰੇ ਬੰਨੇ ਡਾਕਟਰ ਰਾਜਕੁਮਾਰ ਵੇਰਕਾ, ਗੁਰਪ੍ਰੀਤ ਸਿੰਘ ਕਾਂਗੜ ਜਾਂ ਹੋਰ ਇਸ ਤਰ੍ਹਾਂ ਦੇ ਕੇਵਲ ਸਿੰਘ ਢਿੱਲੋਂ, ਜਿਹੜੇ ਬੀਤੇ ਦਿਨਾਂ ਦੇ ਵਿੱਚ ਛੱਡ ਕੇ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਨੇ ਸਿਰਫ ਇਸ ਕਾਰਨ ਕਿ ਸ਼ਾਇਦ ਉਧਰੋਂ ਉਹਨਾਂ ਦਾ ਬਚਾਅ ਹੋ ਜਾਏ। ਇੱਕ ਤਾਂ ਇਸ਼ਾਰਾ ਉਹਨਾਂ ਨੇ ਇਸ ਪਾਸੇ ਕਲੀਅਰ ਕੱਟ ਦਿੱਤਾ। ਦੂਜਾ ਇਸ਼ਾਰਾ ਉਹਨਾਂ ਨੇ ਇਹ ਵੀ ਦਿੱਤਾ ਕਿ ਅਸੀਂ ਤਾਂ ਕਿਸੇ ਦਾ ਨਾਮ ਨਹੀਂ ਲੈਂਦੇ। ਇਹ ਜਿਹੜੇ ਜਿਨ੍ਹਾਂ ਨੇ ਕੁਝ ਕੀਤਾ, ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਧੋਖਾ ਦਿੱਤਾ, ਪੰਜਾਬ ਨੂੰ ਲੁੱਟਿਆ, ਪੰਜਾਬ ਦਾ ਪੈਸਾ ਖਾਧਾ, ਕਹਿੰਦਾ ਉਹ ਬਿਨਾਂ ਗੱਲ ਤੋਂ ਹਾਈ ਕੋਰਟ ਵੱਲ ਭੱਜੇ ਜਾਂਦੇ ਆ। ਉਹਨਾਂ ਦਾ ਇਸ਼ਾਰਾ ਸਾਫ਼ ਤੌਰ ਤੇ ਭਾਰਤ ਭੂਸ਼ਣ ਆਸ਼ੂ ਤੇ ਸੰਗਤ ਸਿੰਘ ਗਿਲਜੀਆ ਵੱਲ ਸੀ। ਕਹਿੰਦਾ ਅਸੀਂ ਕੋਈ FIR ਵੀ ਲਾਂਚ ਨਹੀਂ ਲੈ ਕੇ ਤੇ ਖਿਲਾਫ ਕੀਤੀ, ਇਹ ਮੰਤਰੀ ਉਦੋਂ ਨੂੰ ਭੱਜਦੇ ਪਏ ਆ। ਤੇ ਨਾਲ ਹੀ ਉਹਨਾਂ ਨੇ ਅਫਸਰਸ਼ਾਹੀ ਜਿਹੜੀ ਆ ਉਹਨੂੰ ਵੀ ਵਾਰਨਿੰਗ ਕੀਤਾ ਕਿ ਜਿਹੜੀ ਅਫਸਰਸ਼ਾਹੀ ਬੀਤੇ ਦੌਰ 'ਚ ਇਹ ਕੰਮ ਕਰਦੀ ਰਹੀ ਆ ਅਧਿਕਾਰੀ, ਉਹ ਵੀ ਬਖਸ਼ੇ ਜਿਹੜੇ ਨਹੀਂ ਜਾਣਗੇ। ਭਾਵ ਉਹਨਾਂ ਨੇ ਕੱਲ ਖੁੱਲ੍ਹ ਕੇ ਇਹ ਐਲਾਨ ਕੀਤਾ ਵਿਧਾਨ ਸਭਾ ਦੇ ਵਿੱਚ ਕਿ ਉਹਨਾਂ ਦੀ ਜਿਹੜੀ ਲੜਾਈ ਆ ਭ੍ਰਿਸ਼ਟਾਚਾਰੀਆਂ ਦੇ ਵਿਰੁੱਧ ਇਸੇ ਤਰ੍ਹਾਂ ਜਾਰੀ ਰਹੇਗੀ ਤੇ ਆਉਂਦਿਆਂ ਦਿਨਾਂ 'ਚ ਧਮਾਕੇ ਜਿਹੜੇ ਵੱਡੇ ਪੱਧਰ ਤੇ ਕੀਤੇ ਜਾਣਗੇ। ਹੁਣ ਵੇਖਣ ਵਾਲੀ ਚੱਠਾ ਸਾਹਿਬ ਗੱਲ ਇਹ ਆ ਕਿ ਇਹ ਜਿਹੜਾ ਨਿਸ਼ਾਨਾ ਆਮ ਆਦਮੀ ਪਾਰਟੀ ਦਾ ਕੇਵਲ 2017 ਤੱਕ ਹੀ ਸੀਮਤ ਰਹਿੰਦਾ ਜਾਂ ਇਸ ਦੀਆਂ ਤੰਦਾਂ ਜਾਂ ਇਹ ਪਿੱਛੇ ਵੀ ਜਾ ਕੇ ਜੁੜਦੀਆਂ ਨੇ ਕਿਤੇ ਜਾ ਕੇ। ਭਾਵ ਅਕਾਲੀ ਭਾਜਪਾ ਦੀ ਜਿਹੜੀ ਸਰਕਾਰ ਰਹੀ ਆ ਉਸ ਸਮੇਂ ਦੇ ਵਿੱਚ ਜਿਹੜਾ ਅਸੀਂ ਕਹਿ ਸਕਦੇ ਭ੍ਰਿਸ਼ਟਾਚਾਰ ਹੋਇਆ ਕਿ ਭਗਵੰਤ ਮਾਨ ਦੀ ਸਰਕਾਰ ਉਹਦੇ ਉੱਤੇ ਵੀ ਕਾਰਵਾਈ ਕਰੇਗੀ ਜਾਂ ਉਹਨਾਂ ਦੇ ਜਿਹੜੇ ਸੰਬੰਧਿਤ ਮੰਤਰੀ ਨੇ ਕਿ ਉਹਨਾਂ ਨੂੰ ਵੀ ਹੱਥ ਪਾਇਆ ਜਾਵੇਗਾ। ਇਹ ਪ੍ਰਸ਼ਨ ਵੀ ਜਿਹੜਾ ਮਹੱਤਵਪੂਰਨ ਹੈਗਾ ਆ। ਬਾਕੀ ਜਿਸ ਤਰੀਕੇ ਨਾਲ ਭਗਵੰਤ ਮਾਨ ਨੇ ਕੱਲ ਵਿਧਾਨ ਸਭਾ ਦੇ ਵਿੱਚ ਇੱਕ ਕਿਸਮ ਦਾ ਗਰਜ ਕੇ ਐਲਾਨ ਕੀਤਾ ਤਾਂ ਉਸ ਤੋਂ ਸਾਫ਼ ਜ਼ਾਹਿਰ ਹੁੰਦਾ ਕਿ ਆਉਂਦਿਆਂ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਸਾਬਕਾ ਕਾਂਗਰਸੀ ਮੰਤਰੀਆਂ ਵਿਧਾਇਕਾਂ ਦੀਆਂ ਗ੍ਰਿਫਤਾਰੀਆਂ ਜਿਹੜੀਆਂ ਹੋ ਸਕਦੀਆਂ ਨੇ। ਸਰਕਾਰ ਜਿਹੜੀ ਆ ਉਹਨਾਂ ਨੂੰ ਬਖਸ਼ਣ ਦੇ ਕਿਸੇ ਵੀ ਸੂਰਤ ਦੇ ਮੂਡ ਵਿੱਚ ਨਹੀਂ ਹੈਗੀ। ਸੋ ਇਹ ਸਥਿਤੀਆਂ ਇਸ ਤਰ੍ਹਾਂ ਦੀਆਂ ਨੇ ਕਿਉਂਕਿ ਭਗਵੰਤ ਮਾਨ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਇਸ ਮੁੱਦੇ ਤੇ ਆ ਕਿ ਅਸੀਂ ਪੰਜਾਬ ਦੇ ਅੰਦਰ ਭ੍ਰਿਸ਼ਟਾਚਾਰ ਤੇ ਭ੍ਰਿਸ਼ਟਾਚਾਰੀਆਂ ਨੂੰ ਖਤਮ ਕਰਨਾ। ਤਾਂ ਜੇਕਰ ਉਹ ਇਹ ਕੰਮ ਨਹੀਂ ਕਰਦੀ ਤਾਂ ਜਿਸ ਤਰੀਕੇ ਨਾਲ ਬੀਤੇ ਦੌਰ 'ਚ ਬੈਕਫੁੱਟ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਗਈ ਆ, ਫਿਰ ਇਸ ਮੁੱਦੇ ਤੇ ਵੀ ਜਿਹੜੇ ਲੋਕ ਨੇ ਉਹ ਆਮ ਆਦਮੀ ਪਾਰਟੀ ਨੂੰ ਘੇਰ ਸਕਦੇ ਆ। ਇਸ ਕਾਰਨ ਕਿ ਪਾਰਟੀ ਬੈਕਫੁੱਟ ਤੇ ਨਾ ਜਾਵੇ, ਇਸ ਸੰਬੰਧ ਦੇ ਵਿੱਚ ਅਸੀਂ ਕਹਿ ਸਕਦੇ ਕਿ ਆਉਂਦੇ ਦਿਨਾਂ ਵਿੱਚ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਕੁਝ ਭ੍ਰਿਸ਼ਟ ਮੰਤਰੀਆਂ ਨੂੰ ਜ਼ਰੂਰ ਹੱਥ ਪਾਏਗੀ। ਉਹ ਕੋਈ ਵੀ ਹੋ ਸਕਦੇ ਆ। ਹੁਣ ਇਹ ਗੱਲ ਜਿਸ ਤਰੀਕੇ ਨਾਲ ਇਸ ਸੈਸ਼ਨ ਦੌਰਾਨ ਇਹ ਵੱਖ-ਵੱਖ ਵਿਧਾਇਕਾਂ ਵੱਲੋਂ ਆਪੋ ਆਪਣੇ ਹਲਕਿਆਂ ਦੇ ਵਿੱਚ ਕੀਤੇ ਜਾ ਰਹੇ ਜਿਹੜੇ ਬੀਤੇ ਦੌਰ 'ਚ ਜਿਹੜੇ ਕੰਮ ਹੋਏ ਨੇ ਉਹਨਾਂ ਦੇ ਸੰਬੰਧੀ ਆਵਾਜ਼ ਉਠਾਈ ਗਈ, ਉਹਨਾਂ 'ਚ ਕਰਪਸ਼ਨ ਦੀ ਗੱਲ ਕੀਤੀ ਗਈ। ਜਿਸ ਤਰ੍ਹਾਂ ਕੰਵਰ ਵਿਜੇ ਪ੍ਰਤਾਪ ਨੇ ਇੰਨੀ ਗੱਲ ਕਹੀ ਕਿ ਅੰਮ੍ਰਿਤਸਰ ਦਾ ਜਿਹੜਾ ਸਰਕਟ ਹਾਊਸ ਆ
ਉਹ ਵੀ ਗਹਿਰੇ ਪਾ ਦਿੱਤਾ ਗਿਆ ਕਿਸੇ ਸਸਤਾ ਤਰੀਕੇ ਦੇ ਨਾਲ, ਉਹਦੀ ਜਾਂਚ ਵੀ ਜ਼ਰੂਰੀ ਆ। ਤੇ ਸਾਫ਼ ਇਸ਼ਾਰਾ ਉਹਨਾਂ ਦਾ ਜਿਹੜਾ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਜਿਹੜੇ ਓਮ ਪ੍ਰਕਾਸ਼ ਸੋਨੀਵਾਲ ਸੀ। ਸੋ ਕਹਿਣ ਦਾ ਅਰਥ ਆ ਕਿ ਆਉਂਦਿਆਂ ਦਿਨਾਂ 'ਚ ਇਹ ਪਤਾ ਨਹੀਂ ਭਗਵੰਤ ਮਾਨ ਦੀ ਦ੍ਰਿਸ਼ਟੀ ਜਿਹੜੀ ਹੈ ਕਿਹੜੇ ਪਾਸੇ ਕਹਿਰਵਾਨ ਜਿਹੜੀ ਹੋ ਜਾਣੀ ਆ, ਪਰ ਸਾਫ਼ ਤੇ ਸਪਸ਼ਟ ਤੌਰ ਤੇ ਇਹ ਆ ਕਿ ਸਰਕਾਰ ਦੇ ਮਨਸੂਬੇ ਸਪਸ਼ਟ ਨੇ ਕਿ ਜਿਹੜੇ ਭ੍ਰਿਸ਼ਟਾਚਾਰੀ ਨੇ ਚਾਹੇ ਉਹ ਮੰਤਰੀ ਨੇ, ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜ਼ਰੂਰੀ ਨਹੀਂ ਕਿ ਬੀਤੇ ਹੁਣ ਜੇ ਸਾਡਾ ਵੀ ਕੋਈ ਹੋਇਆ ਟੰਗਿਆ ਉਹ ਵੀ ਜਾਊਗਾ। ਸੋ ਕਹਿਣ ਦਾ ਅਰਥ ਇਹ ਆ ਕਿ ਸਥਿਤੀਆਂ ਜਿਹੜੀਆਂ ਨੇ ਆਉਂਦਿਆਂ ਦਿਨਾਂ 'ਚ ਉਹਨਾਂ ਭ੍ਰਿਸ਼ਟ ਮੰਤਰੀਆਂ, ਸਾਬਕਾ ਮੰਤਰੀਆਂ ਵਿਧਾਇਕਾਂ ਵਾਸਤੇ ਵਾਹਵਾ ਇਹ ਕਹਿ ਸਕਦੇ ਮੁਸ਼ਕਲ ਭਰੀਆਂ ਹੋ ਸਕਦੀਆਂ ਨੇ, ਕਿਉਂਕਿ ਸਰਕਾਰ ਦਾ ਜਿਹੜਾ ਐਲਾਨ ਆ ਇਹ ਬੜਾ ਸਪਸ਼ਟ ਜਿਹੜਾ ਐਲਾਨ ਵਿਧਾਨ ਸਭਾ ਦੇ ਸਦਨ ਦੇ ਵਿੱਚੋਂ ਉਹਨਾਂ ਨੇ ਜਿਹੜਾ ਕੀਤਾ। ਜੀ ਬਿਲਕੁਲ ਅਣਖੀ ਸਾਹਿਬ, ਜਿਸ ਤਰੀਕੇ ਦੇ ਨਾਲ ਵਿਰੋਧੀ ਪਾਰਟੀ ਦਾ ਕੰਮ ਵਿਰੋਧ ਕਰਨਾ ਹੁੰਦਾ ਸੱਤਾ ਧਿਰ ਦਾ, ਤਾਂ ਜੋ ਵਿਧਾਨ ਸਭਾ ਦੇ ਵਿੱਚ ਜਿਸ ਤਰੀਕੇ ਦੀਆਂ ਸਥਿਤੀਆਂ ਬਣੀਆਂ ਹੋਈਆਂ ਨੇ, ਜਿਸ ਤਰੀਕੇ ਦੇ ਇਲਜ਼ਾਮ ਨੇ ਸਾਬਕਾ ਕਾਂਗਰਸੀ ਮੰਤਰੀਆਂ ਉੱਤੇ ਲੱਗਦੇ ਨਜ਼ਰ ਆ ਰਹੇ ਨੇ, ਤੇ ਜਿਹੜੇ ਮੌਜੂਦਾ ਵਿਧਾਇਕ ਨੇ ਕਾਂਗਰਸ ਪਾਰਟੀ ਦੇ, ਤੇ ਉਹਨਾਂ ਦੇ ਉੱਤੇ ਵੀ ਕਈਆਂ ਤੇ ਇਲਜ਼ਾਮ ਨੇ। ਜਿਸ ਤਰੀਕੇ ਦੇ ਨਾਲ ਰਾਜਾ ਵੜਿੰਗ ਦੀ ਗੱਲ ਕਰ ਲਈਏ ਤਾਂ ਸ਼ਾਇਦ ਪ੍ਰਤਾਪ ਸਿੰਘ ਬਾਜਵਾ ਹੋਣਗੇ ਕਿ ਜਿਨ੍ਹਾਂ ਦੇ ਉੱਤੇ ਕੋਈ ਇਸ ਤਰੀਕੇ ਦਾ ਇਲਜ਼ਾਮ ਨਹੀਂ ਹੈਗਾ। ਤੇ ਲੱਗਦਾ ਹੈ ਕਿ ਜਿਹੜੀ ਵਿਰੋਧੀ ਧਿਰ ਹੈ ਉਹ ਸੱਤਾ ਧਿਰ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਉਸ ਤਰੀਕੇ ਦੇ ਸਵਾਲ ਕਰਨ ਦੇ ਕਾਬਿਲ ਨਹੀਂ ਰਹੀ। ਬੜਾ ਵਧੀਆ ਪ੍ਰਸ਼ਨ ਆ, ਕਿਉਂਕਿ ਬਹੁਤ ਵਧੀਆ ਤੁਸੀਂ ਜਿਹੜਾ ਪ੍ਰਸ਼ਨ ਉਠਾਇਆ, ਕਿਉਂਕਿ ਇਹਨਾਂ 17-18 ਵਿਧਾਇਕਾਂ ਦੇ ਵਿੱਚੋਂ ਵੀ ਈਵਨ ਕਿ ਰਾਜਾ ਵੜਿੰਗ ਤੇ ਵੀ ਉਂਗਲਾਂ ਉੱਠਦੀਆਂ ਨੇ ਜੀ ਕਿ ਉਹਨੇ ਵੀ ਬੱਸਾਂ ਦੇ ਮਾਮਲੇ ਦੇ ਵਿੱਚ ਘਪੜੇਬਾਜ਼ੀ ਕੀਤੀ। ਤਾਂ ਇਹੋ ਜਿਹੜੀ ਸਥਿਤੀ ਆ ਕੇਵਲ ਪ੍ਰਤਾਪ ਸਿੰਘ ਬਾਜਵਾ ਹੀ ਬਚਦੇ ਨੇ ਕਿ ਜਿਨ੍ਹਾਂ ਦਾ ਕੋਈ ਅਜੇ ਤੱਕ ਇਹੋ ਜਿਹਾ ਦੋਸ਼ ਜਿਹੜਾ ਉਹ ਸਾਹਮਣੇ ਨਹੀਂ ਆਇਆ। ਤੇ ਸ਼ਾਇਦ ਇਹੋ ਹੀ ਕਾਰਨ ਆ ਕਿ ਜਿਸ ਤਰੀਕੇ ਨਾਲ ਵਿਰੋਧੀ ਧਿਰ ਦੀ ਅਗਵਾਈ ਬਤੌਰ LOP ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਇਹਨਾਂ ਦਿਨਾਂ 'ਚ ਕੀਤੀ ਹੈ, ਮੇਰਾ ਨਹੀਂ ਖਿਆਲ ਕੋਈ ਹੋਰ ਬੰਦਾ ਇਹੋ ਜਿਹੀ ਕਰ ਸਕਦਾ ਸੀ, ਕਿਉਂਕਿ ਬਾਕੀਆਂ ਦੇ ਉੱਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਇਲਜ਼ਾਮ ਜਿਹੜਾ ਲੱਗਾ, ਚਾਹੇ ਉਹ ਜੇਲ੍ਹ ਮੰਤਰੀ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹੋਣ, ਚਾਹੇ ਤਰਜਿੰਦਰ ਸਿੰਘ ਬਾਜਵਾ ਹੋਣ, ਚਾਹੇ ਸੁਖ ਸਰਕਾਰੀਆ ਹੋਵੇ, ਤੇ ਚਾਹੇ ਰਾਜਾ ਵੜਿੰਗ ਹੋਣ, ਤੇ ਚਾਹੇ ਸੁਖਪਾਲ ਸਿੰਘ ਖਹਿਰੇ ਹੋਣੀ ਹੋਣ। ਇਹ ਸਾਰੇ ਬੰਦੇ ਜਿਹੜੇ ਨੇ ਇਸ ਬਜਟ ਸੈਸ਼ਨ ਦੇ ਦੌਰਾਨ ਪ੍ਰਸ਼ਨ ਤਾਂ ਇਹਨਾਂ ਨੇ ਉਠਾਏ, ਪਰ ਇਹਨੇ ਜ਼ਿਆਦਾ ਨਹੀਂ ਉਠਾਏ ਜਿੰਨੇ ਜ਼ਿਆਦਾ ਜਾਂ ਜਿਸ ਤਰੀਕੇ ਦੀ ਅਗਵਾਈ ਜਿਹੜੀ ਆ LOP ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਕੀਤੀ। ਤੇ ਸ਼ਾਇਦ ਉਸ ਦਾ ਇਹੋ ਹੀ ਕਰਦੇ ਆ ਕਿ ਉਸਦੇ ਦਾਮਨ ਤੇ ਕੋਈ ਦਾਗ ਜਿਹੜਾ ਅਜੇ ਤੱਕ ਦਿਖਾਈ ਨਹੀਂ ਦਿੰਦਾ। ਬਾਕੀ ਇਹ ਸਾਰੇ ਸੈਸ਼ਨ ਦੇ ਦੌਰਾਨ ਤਰਜਿੰਦਰ ਸਿੰਘ ਬਾਜਵਾ ਮੇਰਾ ਨਹੀਂ ਖਿਆਲ ਇੱਕ ਵੀ ਸਵਾਲ ਉਹਨਾਂ ਨੇ ਕੀਤਾ ਹੋਵੇ, ਬੋਲੇ ਹੀ ਨਹੀਂ। ਜਿਹੜੇ ਬਾਕੀ 2-4 ਜਿਹੜੇ ਹੈਗੇ ਸੀ ਰਾਜਾ ਵੜਿੰਗ ਨੇ ਠੀਕ ਆ ਨੁਕਤੇ ਉਠਾਏ, ਪਰ ਉਹ ਵੀ ਜਿਹੜੇ ਮੁੱਦੇ ਉਹ ਵੀ 90 ਤੁਲੇ ਲਿਹਾਜ਼ ਨਾਲ ਗੱਲ ਕੀਤੀ। ਕਹਿਣ ਦਾ ਬਹੁਤ ਸੋਹਣਾ ਤੁਸੀਂ ਗੱਲ ਕੀਤੀ ਕਿ ਇਹ ਉਸ ਪੱਧਰ ਤੱਕ ਹੈ ਹੀ ਨਹੀਂ ਕਿ ਵਿਰੋਧੀਆਂ ਦੀ ਸੱਤਾਧਾਰ ਦੀ ਅੱਖਾਂ 'ਚ ਅੱਖਾਂ ਪਾ ਕੇ ਉਹਨਾਂ ਨੂੰ ਘੇਰ ਸਕਣ, ਕਿਉਂਕਿ ਜਿਨ੍ਹਾਂ ਦਾ ਉਹ ਪੁਰਾਣੀਆਂ ਫਿਲਮਾਂ ਦਾ ਡਾਇਲੌਗ ਕਿ ਜਿਹੜੇ ਆਪ ਸ਼ੀਸ਼ੇ ਦੇ ਘਰਾਂ 'ਚ ਰਹਿੰਦੇ ਆ ਉਹ ਲੋਕਾਂ ਦੇ ਘਰਾਂ ਦੇ ਪੱਥਰ ਨਹੀਂ ਸੁੱਟਿਆ ਕਰਦੇ। ਸ਼ਾਇਦ ਇਹੋ ਹੀ ਕਰਦੇ ਆ ਕਿ ਜਿਹੜੀ ਅਸਲ 'ਚ ਪੱਥਰ ਜਿਹੜੇ ਨੇ ਬਤੌਰ LOP ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਬਖੂਬੀ ਸੁੱਟੇ ਤੇ ਗੱਲ ਵੀ ਘੇਰਿਆ ਤੇ ਸਰਕਾਰ ਨੂੰ ਘੇਰਿਆ। ਬਾਕੀ ਕੋਈ ਵੀ ਜਿਹੜਾ ਬੰਦਾ ਸੀ ਜਿਹੜਾ ਵਿਧਾਇਕ ਕਾਂਗਰਸ ਦਾ ਸੀ, ਮੇਰਾ ਨਹੀਂ ਖਿਆਲ ਕਿ ਇਹੋ ਜਿਹੀ ਕੋਈ ਭੂਮਿਕਾ ਨਿਭਾ ਸਕੇ ਕਿ ਅੱਖਾਂ 'ਚ ਅੱਖਾਂ ਪਾ ਕੇ ਜਿਹੜੀ ਉਹ ਗੱਲ ਕਰ ਸਕਦੇ। ਜੀ ਬਿਲਕੁਲ। ਤੇ ਨਾਲ ਹੀ ਗੱਲ ਕਰਾਂਗੇ ਜਿਸ ਤਰੀਕੇ ਦੇ ਨਾਲ ਕਈ ਸਾਬਕਾ ਮੰਤਰੀਆਂ ਤੇ ਇਲਜ਼ਾਮ ਲੱਗੇ ਨੇ ਅਣਖੀ ਸਾਹਿਬ, ਤੇ ਉਧਰ ਆਪਣਾ ਬਚਾਅ ਦੇ ਲਈ ਕਿਤੇ ਨਾ ਕਿਤੇ ਅਦਾਲਤਾਂ ਦਾ ਰੁਖ ਵੀ ਕੀਤਾ ਜਾ ਰਿਹਾ ਹੈ। ਤੇ ਸੰਗਤ ਸਿੰਘ ਗਿਲਜੀਆ ਹਾਈਕੋਰਟ ਪਹੁੰਚੇ ਸੀਗੇ ਤੇ ਹਾਈਕੋਰਟ ਨੇ ਉਹਨਾਂ ਦੇ ਫੈਸਲੇ ਦੀ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਤੇ ਕਿਵੇਂ ਦੇਖਦੇ ਹੋ ਕਿੰਨੀਆਂ ਕੁ ਮੁਸ਼ਕਲਾਂ ਵੱਧ ਸਕਦੀਆਂ ਨੇ ਗਿਲਜੀਆ ਦੀ ਆਉਣ ਵਾਲੇ ਸਮੇਂ ਦੇ ਵਿੱਚ? ਦੇਖੋ ਕੱਲ ਭਗਵੰਤ ਮਾਨ ਨੇ ਵੀ ਇਹ ਗੱਲ ਕੀਤੀ, ਕਹਿੰਦਾ ਅਸੀਂ ਤਾਂ ਕਿਸੇ ਨੂੰ ਤੰਗ ਹੀ ਨਹੀਂ ਕੀਤਾ, ਆਪੇ ਜਾ ਕੇ ਉੱਧਰ ਭੱਜ ਕੇ ਕਿ ਹਾਂਜੀ ਮੇਰੀ ਵੀ ਗੱਲ ਸੁਣ ਲਓ ਜੀ ਕਿ ਮੈਂ ਵੀ ਚੋਰ ਹੈ ਜੀ। ਮਤਲਬ ਇੱਕ ਕਿਸਮ ਦਾ ਸੰਗਤ ਸਿੰਘ ਗਿਲਜੀਆ ਨੇ ਹਾਈ ਕੋਰਟ 'ਚ ਜਾ ਕੇ ਇਹ ਸਾਬਤ ਕਰਤਾ ਕਿ ਹਾਂ ਵੀ ਕਿਤੇ ਨਾ ਕਿਤੇ ਦਾਲ 'ਚ ਕਾਲਾ ਹੈਗਾ, ਉਹਨੇ ਮਾਲ ਪਤਾ ਛਕਿਆ। FIR ਉਹਦੇ ਤੇ ਲਾਂਚ ਉਹ ਕਹਿੰਦੇ ਕਿ ਦੱਸੋ ਕਿਹੜੇ ਗ੍ਰਿਫਤਾਰੀ ਤੁਹਾਡੇ ਕਿਹੜੇ ਮੁੱਦੇ ਤੇ ਕਰੀਏ, ਅਜੇ ਗ੍ਰਿਫਤਾਰੀ ਹੋਈ ਤਾਂ ਨਹੀਂ। ਤਾਂ ਕਹਿਣ ਦਾ ਅਰਥ ਆ ਕਿ ਹੁਣ ਜਦੋਂ ਹਾਈ ਕੋਰਟ ਨੇ ਇਸ ਮਾਮਲੇ ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਹੁਣ ਉਹਦੇ ਕੋਲ ਰਸਤਾ ਕੀ? ਹੁਣ ਰਸਤਾ ਇਹ ਬਚਦਾ ਜਾਂ ਤਾਂ ਉਹ ਆਤਮ ਸਮਰਪਣ ਕਰੇਗਾ, ਸਰੈਂਡਰ ਕਰ ਦੇਗਾ। ਜੇ ਸਰੈਂਡਰ ਨਹੀਂ ਕਰੇਗਾ ਤੇ ਦੂਜੇ ਪਾਸੇ ਪੁਲਿਸ ਕਿਸੇ ਸਮੇਂ ਉਹਨੂੰ ਅਰੈਸਟ ਕਰ ਸਕਦੀ ਆ। ਮੁਸ਼ਕਲਾਂ ਤਾਂ ਉਹਦੇ ਵਾਸਤੇ ਹੁਣ ਵੱਧ ਗਈਆਂ, ਪਰ ਇਹਦੇ ਵਿੱਚ ਜ਼ਿਆਦਾ ਜਿਹੜਾ ਰੋਲ ਆ ਉਹਨੇ ਆਪ ਹੀ ਆਪਣੀ ਭੂਮਿਕਾ ਜਿਹੜੀ ਆ ਉਹ ਖਰਾਬ ਕਰ ਲਈ ਆ। ਕੱਲ ਤੁਸੀਂ ਦੇਖੋ ਜਦੋਂ ਹਾਈ ਕੋਰਟ 'ਚ ਪਹੁੰਚੇ ਨੇ ਇੰਨੇ ਦਿਨਾਂ ਦੇ ਉਹ ਰੂਪੋਸ਼ ਹੋ ਕੇ ਤੁਰੇ ਫਿਰਦੇ ਪਏ ਸੀ, ਪਤਾ ਨਹੀਂ ਲੱਗਣ ਡਿਆ। ਕੱਲ ਹਾਈ ਕੋਰਟ 'ਚ ਗਏ ਤੇ ਜਦੋਂ ਹਾਈ ਕੋਰਟ 'ਚ ਗਏ ਉੱਥੇ ਕੁਝ ਫੋਟੋਆਂ ਵਾਇਰਲ ਹੋਈਆਂ ਜਿੱਥੇ ਸੁਖਜਿੰਦਰ ਸਿੰਘ ਰੰਧਾਵਾ ਵੀ ਉਹਨਾਂ ਨੂੰ ਮਿਲੇ, ਰਾਜਾ ਵੜਿੰਗ ਵੀ ਉਹਨਾਂ ਦੇ ਨਾਲ ਸੀ, ਇੱਕ ਦੋ ਸਾਬਕਾ ਮੰਤਰੀ ਜਿਹੜੇ ਨੇ ਵਿਧਾਇਕ ਨੇ ਉਹ ਵੀ ਉਹਨਾਂ ਦੇ ਨਾਲ ਦਿਖਾਈ ਦਿੱਤੇ। ਤਾਂ ਭਾਵ ਕਿ ਇਹ ਬੰਦੇ ਫਿਰ ਜਿਹੜੇ ਨਾਲ ਹੁਣ ਇਸ ਮੌਕੇ ਦੇ ਸੰਗਤ ਸਿੰਘ ਗਿਲਜੀਆ ਨਾਲ ਤੁਰੇ ਫਿਰਦੇ ਆ, ਕੀ ਉਸ ਦੀ ਹਮਾਇਤ ਵਿੱਚ ਆਏ ਨੇ? ਤੇ ਜੇ ਹਮਾਇਤ ਵਿੱਚ ਆਏ ਨੇ ਤਾਂ ਫਿਰ ਕਾਂਗਰਸ ਪਾਰਟੀ
ਪੰਜਾਬ ਦੀ ਜਿਹੜੀ ਕਾਂਗਰਸ ਪਾਰਟੀ ਨੂੰ ਸਪਸ਼ਟ ਕਰਨਾ ਪਏਗਾ ਕਿ ਉਹਦਾ ਭ੍ਰਿਸ਼ਟਾਚਾਰ ਦੇ ਵਿਰੁੱਧ ਸਟੈਂਡ ਕੀ ਆ। ਜਿਸ ਤਰੀਕੇ ਨਾਲ ਸਾਧੂ ਸਿੰਘ ਧਰਮਸੋਂ ਤੋਂ ਪੰਜਾਬ ਦੀ ਕਾਂਗਰਸ ਪਾਰਟੀ ਨੇ ਇੱਕ ਕਿਨਾਰਾ ਕਰ ਲਿਆ ਤੇ ਸੰਗਤ ਸਿੰਘ ਗਿਲਜੀਆ ਦੇ ਨਾਲ ਉਹ ਕੱਲ ਖਲੋਤੇ ਨਜ਼ਰ ਆਏ ਤੇ ਜਾਂ ਪਤਾ ਨਹੀਂ ਇਸੇ ਡੀਚ ਨੇ ਕਿ ਸੰਗਤ ਸਿੰਘ ਗਿਲਜੀਆ ਅੰਦਰ ਜਾਵੇਗਾ ਫਿਰ ਇਹਦਾ ਵੀ ਅਸੀਂ ਕਿਨਾਰਾ ਕਰ ਦਈਏ। ਸੋ ਆਉਂਦੇ ਦਿਨ ਜਿਹੜੇ ਨੇ ਜਿਸ ਤਰੀਕੇ ਨਾਲ ਸਾਧੂ ਸਿੰਘ ਧਰਮਸੋਂ ਵਾਸਤੇ ਮੁਸ਼ਕਲਾਂ ਭਰੇ ਚੱਲ ਰਹੇ ਆ, ਆਉਂਦੇ ਦਿਨ ਸੰਗਤ ਸਿੰਘ ਗਿਲਜੀਆ ਵਾਸਤੇ ਵੀ ਮੁਸ਼ਕਲਾਂ ਭਰੇ ਹੋ ਸਕਦੇ ਆ, ਕਿਉਂਕਿ ਹੁਣ ਤੇ ਸਾਫ਼ ਤੇ ਸਪਸ਼ਟ ਤੌਰ ਤੇ ਉਹ ਸਰਕਾਰ ਦੇ ਰਡਾਰ ਤੇ ਨੇ। FIR ਜਿਹੜੀ ਉਹਦੇ ਵਿਰੁੱਧ ਲਾਂਚ ਹੋ ਚੁੱਕੀ ਹੈ। ਬੀਤੇ ਲੰਮੇ ਸਮੇਂ ਤੋਂ ਭੱਜ ਦੌੜ ਦੇ ਲੋਕੇ ਲਗਾਏ ਆਪਣਾ ਜੀਵਨ ਬਤੀਤ ਕਰ ਰਹੇ ਸਨ, ਕੱਲ ਸਾਹਮਣੇ ਆਏ ਤੇ ਸ਼ਾਇਦ ਇਸੇ ਹੀ ਕਾਰਨ ਸਰਕਾਰ ਇਸ ਇੰਤਜ਼ਾਰ ਕਰ ਰਹੀ ਸੀ ਕਿ ਬਜਟ ਸੈਸ਼ਨ ਦੇ ਦੌਰਾਨ ਕੋਈ ਵੀ ਅਜਿਹੀ ਜਿਹੜੀ ਆ ਕਹਿ ਸਕਦੇ ਕਿ ਕਾਰਵਾਈ ਇਹਨਾਂ ਸਾਬਕਾ ਭ੍ਰਿਸ਼ਟ ਮੰਤਰੀਆਂ ਦੇ ਖਿਲਾਫ ਨਾ ਕੀਤੀ ਜਾਵੇ ਜਿਹਦੇ ਨਾਲ ਵਿਧਾਨ ਸਭਾ ਦੇ ਵਿੱਚ ਰੌਲਾ ਪਵੇ। ਤੇ ਸ਼ਾਇਦ ਇਹੋ ਹੀ ਕਾਰਨ ਆ ਕਿ ਇਹਨਾਂ 6 ਦਿਨਾਂ ਦੇ ਦੌਰਾਨ ਭਗਵੰਤ ਮਾਨ ਦੀ ਸਰਕਾਰ ਨੇ ਕਿਸੇ ਵੀ ਭ੍ਰਿਸ਼ਟ ਅਧਿਕਾਰੀ ਦੇ ਖਿਲਾਫ ਜਾਂ ਮੰਤਰੀ ਦੇ ਖਿਲਾਫ ਕੋਈ ਰੌਲਾ ਰੱਪਾ ਨਹੀਂ ਪਾਇਆ, ਬਲਕਿ ਆਪਣਾ ਜਿਹੜਾ ਸਾਰਾ ਧਿਆਨ ਆ ਉਹ ਫੋਕਸ ਜਿਹੜਾ ਵਿਧਾਨ ਸਭਾ ਦੇ ਸੈਸ਼ਨ ਦੇ ਉੱਤੇ ਰੱਖਿਆ। ਤੇ ਹੁਣ ਅੱਜ ਸੈਸ਼ਨ ਦਾ ਆਖਰੀ ਦਿਨ ਆ ਤੇ ਸ਼ਾਇਦ ਅੱਜ ਆਖਰੀ ਦਿਨ ਦੇ ਨਾਲ ਹੀ ਉਧਰੋਂ ਆਖਰੀ ਸੈਸ਼ਨ ਸਮਾਪਤ ਹੋਵੇ ਤੇ ਸ਼ਾਇਦ ਸੰਗਤ ਸਿੰਘ ਗਿਲਜੀਆ ਨੂੰ ਪੁਲਿਸ ਨੇ ਚੁੱਕਿਆ ਹੋਵੇ। ਸੋ ਆਉਂਦੇ ਦਿਨ ਜਿਹੜੇ ਨੇ ਕਾਫੀ ਮੁਸ਼ਕਲਾਂ ਭਰੇ ਹੋ ਸਕਦੇ ਜੀ। ਬਿਲਕੁਲ ਬਿਲਕੁਲ। ਤੇ ਨਾਲ ਹੀ ਗੱਲ ਕਰਾਂਗੇ ਅਣਖੀ ਸਾਹਿਬ, ਜਿਸ ਤਰੀਕੇ ਦੇ ਨਾਲ ਇਸ ਵਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਜ਼ੋਰ ਸ਼ੋਰ ਦੇ ਨਾਲ ਆਪਣੀ ਸਰਕਾਰ ਨੂੰ ਦੇ ਉੱਤੇ ਮੁੱਦੇ ਚੁੱਕਦੇ ਨਜ਼ਰ ਆਏ, ਮੰਤਰੀਆਂ ਨੂੰ ਵੀ ਸਵਾਲ ਪੁੱਛਦੇ ਨਜ਼ਰ ਆਏ ਆਪਣਿਆਂ ਨੂੰ। ਤੇ ਹੁਣ ਗੱਲ ਕਰਾਂਗੇ ਆਪਣਾ ਕੁੰਵਰ ਵਿਜੇ ਪ੍ਰਤਾਪ ਦੀ। ਤਾਂ ਬੀਤੀ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵੀ ਗੱਲ ਕੀਤੀ ਸੀਗੀ, ਜਿਸ ਤਰੀਕੇ ਨਾਲ ਉਹ ਬੇਅਦਬੀ ਮੁੱਦੇ ਨੂੰ ਲੈ ਕੇ ਜਦੋਂ ਤੋਂ ਸਰਕਾਰ ਬਣੀ ਹੈ ਲਗਾਤਾਰ ਟਵੀਟ ਕਰਕੇ ਆਪਣੀ ਸਰਕਾਰ ਨੂੰ ਘੇਰਦੇ ਨਜ਼ਰ ਆਏ ਨੇ, ਪਰ ਵਿਧਾਨ ਸਭਾ ਦੇ ਵਿੱਚ ਮੁੱਦਾ ਨਹੀਂ ਚੁੱਕਿਆ ਗਿਆ। ਅੱਜ ਆਖਰੀ ਦਿਨ ਹੈ, ਲੱਗਦਾ ਹੈ ਕਿ ਉਮੀਦ ਕੀਤੀ ਜਾਣੀ ਬਣਦੀ ਹੈ ਕਿ ਕੁੰਵਰ ਵਿਜੇ ਪ੍ਰਤਾਪ ਇਹ ਮੁੱਦਾ ਚੁੱਕਣਗੇ। ਦੇਖੋ ਵਿਧਾਨ ਸਭਾ ਦਾ ਅੱਜ 6ਵਾਂ ਦਿਨ ਤੇ ਆਖਰੀ ਦਿਨ ਆ ਜੀ। ਇਹਨਾਂ 5 ਦਿਨਾਂ ਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵੱਖ-ਵੱਖ ਆਪਣੇ ਬੜੇ ਸੈਂਸਿਟਿਵ ਮੁੱਦੇ ਉਠਾਏ ਔਰ ਇੱਕ ਵਧੀਆ ਪ੍ਰਤੀਨਿਧਤਾ ਦੱਸੀ ਕਿ ਵਿਧਾਇਕ ਨੂੰ ਕਿਹੜੀ ਗੱਲ ਕਰਨੀ ਚਾਹੀਦੀ ਆ। ਬੇਸ਼ੱਕ ਉਹਨਾਂ ਨੇ ਆਪਣੀ ਹੀ ਸਰਕਾਰ ਨੂੰ ਇੱਕ ਮੁੱਦੇ ਤੇ ਘੇਰਿਆ ਜੀ, ਤੇ ਪਰ ਲੋਕਾਂ ਦੀ ਇਹ ਆਸ ਸੀ ਕਿ ਜਿਸ ਤਰੀਕੇ ਨਾਲ ਬੀਤੇ ਦੌਰ ਚ ਬੇਅਦਬੀ ਦੇ ਸੰਬੰਧੀ ਔਰ ਬਹਿਬਲ ਕਲਾਂ ਕੋਟਕਪੂਰਾ ਗੋਲੀकांड ਦੇ ਸੰਬੰਧੀ ਉਹ ਮੁੱਦੇ ਠੁੰਦੇ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ, ਸ਼ਾਇਦ ਵਿਧਾਨ ਸਭਾ ਦੇ ਸੈਸ਼ਨ ਵਿੱਚ ਉਠਾਉਣਗੇ। ਪਰ ਲੋਕਾਂ ਦੀਆਂ ਆਸਾਂ ਤੇ ਇਸ ਸੈਸ਼ਨ ਦੇ ਦੌਰਾਨ ਉਹ ਪੂਰਾ ਨਹੀਂ ਉਤਰੇ ਇਸ ਪ੍ਰਸੰਗ ਦੇ ਵਿੱਚ। ਤੇ ਮੈਨੂੰ ਨਹੀਂ ਲੱਗਦਾ ਕਿ ਅੱਜ ਜਿਸ ਤਰ੍ਹਾਂ ਵਿਧਾਨ ਸਭਾ ਦਾ ਆਖਰੀ ਦਿਨ ਹੈਗਾ ਤੇ ਅੱਜ ਜ਼ਿਆਦਾ ਰੌਲਾ ਰੱਪਾ ਵੀ ਪਏਗਾ। ਮੇਰਾ ਨਹੀਂ ਖਿਆਲ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਹੁਣੀ ਅੱਜ ਦੇ ਇਸ ਆਖਰੀ ਦਿਨ ਉੱਤੇ ਆਪਣੀ ਹੀ ਸਰਕਾਰ ਨੂੰ ਜਿਹੇ ਮੁੱਦਾ ਤੇ ਘੇਰਨ ਦਾ ਯਤਨ ਕਰਨ, ਕਿਉਂਕਿ ਅੱਜ 2 ਬਿੱਲ ਜਿਹੜੇ ਪਾਸ ਹੋਣੇ ਆ, ਇੱਕ ਵਿਧਾਇਕ ਇੱਕ ਪੈਨਸ਼ਨ ਵਾਲਾ ਬਿੱਲ ਵੀ ਵਿਧਾਨ ਸਭਾ ਦੇ ਵਿੱਚ ਪਾਸ ਕੀਤਾ ਜਾਣਾ, ਦੂਜੇ ਬੰਨੇ ਜਿਹੜਾ 36000 ਮੁਲਾਜ਼ਮਾਂ ਨੂੰ ਪੱਕਿਆ ਕਰਨ ਦੀ ਗੱਲ ਹੈ, ਸ਼ਾਇਦ ਉਹਦਾ ਵੀ ਬਿੱਲ ਜਿਹੜਾ ਅੱਜ ਵਿਧਾਨ ਸਭਾ 'ਚ ਪੇਸ਼ ਹੋਵੇ। ਸੋ 2-3 ਬਿੱਲ ਜਿਹੜੇ ਨੇ ਕਾਫੀ ਮਹੱਤਵਪੂਰਨ ਰਹਿਣ ਜਿਹੜੇ ਦਿਨ ਜਿਹੜਾ ਅੱਜ ਦਾ ਹੈਗਾ ਬਿੱਲ ਪੇਸ਼ ਹੋਣੇ ਨੇ। ਤਾਂ ਇਹੋ ਜਿਹੀਆਂ ਸਥਿਤੀਆਂ ਦੇ ਵਿੱਚ ਰੌਲਾ ਰੱਪਾ ਵੀ ਪਏਗਾ। ਤਾਂ ਮੇਰਾ ਨਹੀਂ ਖਿਆਲ ਕਿ ਕੁੰਵਰ ਵਿਜੇ ਪ੍ਰਤਾਪ ਅੱਜ ਦੇ ਦਿਨ ਇਹੋ ਜਿਹੇ ਸੈਂਸਿਟਿਵ ਮੁੱਦੇ ਨੂੰ ਛੇੜ ਕੇ ਆਪਣੀ ਹੀ ਸਰਕਾਰ ਦੇ ਵਿਰੁੱਧ ਵਿਰੋਧੀ ਧਿਰ ਨੂੰ ਕੋਈ ਮੌਕਾ ਇਹੋ ਜਿਹਾ ਦੇ ਦੇਣ ਕਿ ਵਿਰੋਧੀ ਧਿਰ ਵੀ ਉਹਨਾਂ ਨੂੰ ਘੇਰਨ ਲੱਗ ਪਏ। ਡਿਸਿਪਲਿਨ ਜਿਹੜਾ ਉਹ ਕਾਇਮ ਰੱਖਿਆ ਜਾਵੇਗਾ ਪਾਰਟੀ ਦੇ ਵਿੱਚ, ਵਿਧਾਨ ਸਭਾ ਦੇ ਅੰਦਰ ਵੀ, ਕਿਉਂਕਿ ਜੇ ਇਹ ਮੁੱਦਾ ਠਾਉਣਾ ਹੁੰਦਾ ਤੇ ਇਹ ਮੁੱਦਾ ਹੁਣ ਤੱਕ ਉੱਠ ਜਾਣਾ ਚਾਹੀਦਾ ਸੀ। ਸੋ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਕੁੰਵਰ ਵਿਜੇ ਪ੍ਰਤਾਪ ਅੱਜ ਇਸ ਮੁੱਦੇ ਨੂੰ ਨਹੀਂ ਠਾਉਣਗੇ। ਬਿਲਕੁਲ ਬਿਲਕੁਲ। ਤੇ ਨਾਲ ਹੀ ਹੁਣ ਅਣਖੀ ਸਾਹਿਬ ਮਹਾਰਾਸ਼ਟਰ ਦੀ ਗੱਲ ਵੀ ਕਰ ਲੈਂਦੇ ਹਾਂ, ਜਿਸ ਤਰੀਕੇ ਦੇ ਨਾਲ ਬਹੁਮਤ ਸਾਬਤ ਕਰਨ ਤੋਂ ਪਹਿਲਾਂ ਹੀ ਜਿਹੜੇ ਮੁੱਖ ਮੰਤਰੀ ਉद्धਵ ਠਾਕਰੇ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ। ਤੇ ਹੁਣ ਕਿਵੇਂ ਦੇਖ ਰਹੇ ਹੋ ਕਿਸ ਤਰੀਕੇ ਦੇ ਹਾਲਾਤ ਮਹਾਰਾਸ਼ਟਰ ਦੀ ਸਿਆਸਤ ਦੇ ਵਿੱਚ ਬਣਦੇ ਨਜ਼ਰ ਆਉਣਗੇ? ਦੇਖੋ ਅੱਜ ਵੀਰਵਾਰ 11 ਵਜੇ ਤੱਕ ਰਾਜਪਾਲ ਨੇ ਕਿਹਾ ਸੀ ਕਿ ਟੈਸਟ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਵਾਸਤੇ, ਸਮਰਥਨ ਸਿੱਧ ਕਰਨ ਵਾਸਤੇ ਜੀ, ਪਰ ਉद्धਵ ਠਾਕਰੇ ਉਹਨਾਂ ਨੇ ਕੱਲ ਬੀਤੀ ਰਾਤ ਹੀ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਦੇਤਾ ਅਸਤੀਫਾ ਦੇਤਾ, ਵਿਧਾਇਕੀ ਤੋਂ ਵੀ ਅਸਤੀਫਾ ਦੇਤਾ ਉਹਨਾਂ ਨੇ, ਮੁੱਖ ਮੰਤਰੀ ਤੋਂ ਅਹੁਦੇ ਤੋਂ ਦਿੱਤਾ ਹੀ ਦਿੱਤਾ ਜੀ। ਉਹਨਾਂ ਨੇ ਕਿਹਾ ਕਿ ਮੈਂ ਅੰਕਾਂ ਦੀ ਖੇਡ ਦੇ ਵਿੱਚ ਨਹੀਂ ਪੈਣਾ, ਨੰਬਰਾਂ ਦੀ ਖੇਡ 'ਚ ਨਹੀਂ ਪੈਣਾ। ਸਾਫ਼ ਪਤਾ ਉਹਨਾਂ ਨੂੰ ਲੱਗ ਚੁੱਕਾ ਕਿ ਜਿਹੜੀ ਉਹਨਾਂ ਦੀ ਸਰਕਾਰ ਆ ਉद्धਵ ਠਾਕਰੇ ਦੀ, ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਗੱਠਜੋੜ ਜਿਹੜਾ ਬਣਿਆ ਜੀ, ਮਹਾ ਵਿਕਾਸ ਅਗਾੜੀ ਪਾਰਟੀ ਉਸਨੂੰ ਕਿਹਾ ਜਾਂਦਾ ਕਿ ਜਿਹੜਾ ਸਾਰਾ ਸੀ, ਕਿ ਉਹਦੀ ਸਰਕਾਰ ਹੁਣ ਚੱਲ ਨਹੀਂ ਸਕਦੀ, ਕਿਉਂਕਿ 39 ਜਿਹੜੇ ਨੇ ਵਿਧਾਇਕ ਉਹ ਛੱਡ ਕੇ ਜਾ ਚੁੱਕੇ ਨੇ। ਤਾਂ ਉਹ ਸ਼ਾਇਦ ਹੁਣ ਭਾਜਪਾ ਨਾਲ ਹੱਥ ਜਿਹੜਾ ਉਹ ਮਿਲਾਉਣਗੇ। ਤੇ ਅੱਜ ਦੀ ਤਰੀਕ ਦੇ ਵਿੱਚ ਹੀ ਦੇਵੇਂਦਰ ਫਡਨਵੀਸ ਜਿਹੜੇ ਨੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ, ਉਹ ਰਾਜਪਾਲ ਨੂੰ ਮਿਲ ਸਕਦੇ ਆ ਤੇ ਰਾਜਪਾਲ ਉਹਨਾਂ ਨੂੰ 1 ਜਾਂ 2 ਦਿਨਾਂ ਦੇ ਵਿੱਚ ਸਮਰਥਨ ਜਿਹੜਾ ਉਹ
ਆਪਣੀ ਸ਼ਕਤੀ ਪ੍ਰਦਰਸ਼ਨ ਕਰਨ ਵੱਲੋਂ ਕਹਿ ਸਕਦੇ ਆ, ਭਰੋਸੇ ਦਾ ਵੋਟ ਲੈਣ ਵਾਸਤੇ ਦਵਿੰਦਰ ਫੜਨਵੀਸ ਨੂੰ 1-2 ਦਿਨਾਂ ਦਾ ਜਿਹੜਾ ਸੱਦਾ ਦਿੱਤਾ ਜਾ ਸਕਦਾ, 1-2 ਦਿਨਾਂ ਦੇ ਵਿੱਚ, ਕਿ ਤਾਂ ਜੋ ਤੁਸੀਂ ਆਪਣੀ ਭਰੋਸੇਯੋਗਤਾ ਜਿਹੜੀ ਆ ਸਦਨ ਦੇ ਵਿੱਚ ਸਿੱਧ ਕਰੋ। ਤਾਂ ਉद्धਵ ਠਾਕਰੇ ਤਾਂ, ਕਿਉਂਕਿ ਉਹਨਾਂ ਨੂੰ ਪਤਾ ਕਿ ਉਹਨਾਂ ਕੋਲ ਹੁਣ ਨਿਰਧਾਰਤ ਉਹ ਅੰਕ ਜਿਹੜੇ ਨਿਖੜ ਗਏ ਨੇ, ਕਿਉਂਕਿ ਉੱਥੇ 140 ਜਾਂ 42 ਦੇ ਕਰੀਬ ਜਿਹੜੇ ਨੇ, ਇਹ 45 ਹੋਣ 145, ਕਿਉਂਕਿ 288 ਦੀ ਜਿਹੜੀ ਉੱਥੇ ਅਸੀਂ ਕਹਿ ਸਕਦੇ ਹਾਂ ਜਿਹੜੇ ਵਿਧਾਇਕ ਨੇ ਟੋਟਲ, ਤਾਂ ਉਹਨਾਂ 'ਚ 145 ਵਿਧਾਇਕ ਜਿਹਦੇ ਪਾਸੇ ਜਾਣਗੇ, ਕੁਦਰਤੀ ਤੌਰ ਤੇ ਸਰਕਾਰ ਜਿਹੜੀ ਆ ਉਹਦੀ ਬਣਦੀ ਪਏਗੀ। ਤਾਂ ਹੁਣ ਜਿਹੜੀਆਂ ਸਥਿਤੀਆਂ ਨੇ, ਉद्धਵ ਠਾਕਰੇ ਦਾ ਇੱਕ ਜ਼ਬਰਦਸਤ ਜਿਹੜਾ ਉਹਦੇ ਨਾਲ ਸ਼ਿੰਦੇ ਜਿਹੜੇ ਨੇ, ਇਹ ਮਾਫ ਕਰਦਾ ਏਕਨਾਥ ਸ਼ਿੰਦੇ ਜਿਹੜੇ ਨੇ ਉਹ ਲੈ ਚੁੱਕੇ ਨੇ, ਜਿਹੜੇ 40 ਵਿਧਾਇਕ ਉਹਨਾਂ ਦੇ ਨੇ। ਤਾਂ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਆਪਣੇ ਵਿਧਾਇਕ ਵੀ ਹਨ। ਤਾਂ ਸੋ ਕੱਲ ਨੂੰ ਜੇਕਰ ਦਵਿੰਦਰ ਫੜਨਵੀਸ ਨੂੰ ਮੌਕਾ ਦਿੱਤਾ ਜਾਂਦਾ, ਭਾਜਪਾ ਨੂੰ ਰਾਜਪਾਲ ਦੇਵੇਗਾ ਮੌਕਾ ਕਿ ਆਪਣਾ ਤੁਸੀਂ ਸਰਕਾਰ ਬਣਾਉਣ ਦਾ ਸੱਦਾ ਦੇ ਕੇ ਤੁਸੀਂ ਆਪਣੇ ਭਰੋਸੇਯੋਗਤਾ ਸਿੱਧ ਕਰੋ, ਤਾਂ ਸਾਫ਼ ਤੌਰ ਤੇ ਜਿਹੜੀ ਅਸੀਂ ਕਹਿ ਸਕਦੇ ਹਾਂ ਭਾਜਪਾ ਗੱਠਜੋੜ ਜਿਹੜਾ ਉੱਥੇ ਸਰਕਾਰ ਬਣਾਉਣ ਦਾ ਜਿਹੜਾ ਉਹ ਸਾਫ਼ ਨਜ਼ਰ ਆਏਗਾ। ਔਰ ਆ ਵੀ ਰਿਹਾ, ਜਿਹੜੀਆਂ ਸਥਿਤੀਆਂ ਬਣ ਗਈਆਂ ਨੇ, ਕਿਉਂਕਿ ਉद्धਵ ਠਾਕਰੇ ਨੇ ਮੁੱਖ ਮੰਤਰੀ ਤੋਂ ਅਸਤੀਫਾ ਦੇ ਦਿੱਤਾ, ਦੂਜੇ ਪਾਸੇ ਵਿਧਾਇਕੀ ਤੋਂ ਅਸਤੀਫਾ ਜਿਹੜਾ ਉਹ ਦੇ ਦਿੱਤਾ, ਤੇ ਮੁੱਖ ਮੰਤਰੀ ਦਾ ਨਿਵਾਸ ਸਥਾਨ ਉਹ ਬੜੇ ਦਿਨਾਂ ਦਾ ਛੱਡ ਕੇ ਉਹ ਜਾ ਚੁੱਕੇ ਨੇ ਆਪਣੇ ਜਿਹੜਾ ਪੁਰਾਣੇ ਘਰ ਜਿਹੜਾ ਉਹਨਾਂ ਦਾ ਜੱਦੀ ਘਰ ਆ। ਸੋ ਸਥਿਤੀਆਂ ਜਿਹੜੀਆਂ ਨੇ ਉद्धਵ ਠਾਕਰੇ ਵਾਸਤੇ ਜਿਹੜੀਆਂ ਉਹ ਇੰਨੀਆਂ ਚੰਗੀਆਂ ਹੁਣ ਜਿਹੜੀਆਂ ਨਜ਼ਰ ਨਹੀਂ ਆ ਰਹੀਆਂ। ਉਸ ਦਾ ਕਾਰਨ ਜ਼ਿਆਦਾ ਲੋਕ ਇਹੋ ਮੰਨਦੇ ਪਏ ਨੇ ਕਿ ਇਹ ਜਿਹੜਾ ਹਾਲ ਹੋਇਆ ਉद्धਵ ਠਾਕਰੇ ਦਾ ਕਿਉਂ ਹੋਇਆ, 2-4 ਬੜੇ ਮਹੱਤਵਪੂਰਨ ਕਾਰਨ ਨੇ। ਇੱਕ ਤਾਂ ਹਿੰਦੂਤਵ ਦੇ ਮੁੱਦੇ ਤੋਂ ਦੂਰ ਜਾਣਾ, ਦੂਜਾ ਕਾਰਨ ਹੈ ਕੁਰਸੀ ਦੀ ਸੱਤਾ, ਜਿਹੜੀ ਕੁਰਸੀ ਦੀ ਲਾਲਸਾ ਜਿਹੜੀ ਉਹਨਾਂ ਦੇ ਮਨ ਦੇ ਵਿੱਚ ਹਮੇਸ਼ਾ ਬਰਕਰਾਰ ਰਹੀ ਹੈ। ਕਿਉਂਕਿ ਅੱਜ ਤੱਕ ਕਦੇ ਵੀ ਬਾਲਾ ਸਾਹਿਬ ਠਾਕਰੇ ਨੇ ਕਦੇ ਵੀ ਮੁੱਖ ਮੰਤਰੀ ਨਹੀਂ ਬਣੇ, ਬਲਕਿ ਉਹਨਾਂ ਨੇ ਰਾਜਾ ਬਣਾਇਆ ਮੁੱਖ ਮੰਤਰੀ। ਹਮੇਸ਼ਾ ਜਿਹੜਾ ਰਿਮੋਟ ਕੰਟਰੋਲ ਸੀ ਉਹਨਾਂ ਨੇ ਆਪਣੇ ਹੱਥ ਵਿੱਚ ਰੱਖਿਆ, ਪਰ ਉद्धਵ ਠਾਕਰੇ ਖੁਦ ਮੁੱਖ ਮੰਤਰੀ ਬਣੇ। ਤੀਸਰਾ, ਉਹਨਾਂ ਦਾ ਐਲੀਗੇਸ਼ਨ ਇਹ ਵੀ ਲੱਗਦਾ ਕਿ ਉਹਨਾਂ ਨੇ ਆਪਣੇ ਵਿਧਾਇਕਾਂ ਨੂੰ ਹੀ ਮਿਲਣਾ ਹੀ ਬੰਦ ਕਰ ਦਿੱਤਾ ਸੀ। ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਹੈ, ਉਹ ਵੀ ਨਹੀਂ ਮਿਲਦੇ, ਕਹਿੰਦੇ ਇਹ ਵੀ ਨਹੀਂ ਸੀ ਮਿਲਦੇ। ਸ਼ਾਇਦ ਇਹੋ ਹੀ 3-4 ਜਿਹੜੇ ਕਾਰਨ ਨੇ ਉद्धਵ ਸਰਕਾਰ ਦੇ ਪਤਨ ਦਾ ਕਾਰਨ ਬਣੇ ਨੇ, ਜੋ ਸਥਿਤੀਆਂ ਹੁਣ ਸਾਹਮਣੇ ਨੇ। ਜੀ ਬਿਲਕੁਲ ਬਿਲਕੁਲ, ਬਹੁਤ ਬਹੁਤ ਧੰਨਵਾਦ ਅਣਖੀ ਸਾਹਿਬ ਪ੍ਰੋਗਰਾਮ 'ਚ ਕੀਮਤੀ ਸਮਾਂ ਦੇਣ ਦੇ ਲਈ। ਬਹੁਤ ਬਹੁਤ ਸ਼ੁਕਰੀਆ ਚੱਠਾ ਸਾਹਿਬ। ਤਾਂ ਸਾਡੇ ਨਾਲ ਸਨ ਸਿਆਸੀ ਮਾਹਿਰ ਪ੍ਰੋਫੈਸਰ ਮਨਜੀਤ ਸਿੰਘ ਅਣਖੀ, ਜਿਨ੍ਹਾਂ ਨੇ ਤਮਾਮ ਖਬਰਾਂ ਨੂੰ ਲੈ ਕੇ ਆਪਣੇ ਵਿਚਾਰ ਰੱਖੇ ਨੇ। ਪ੍ਰੋਗਰਾਮ ਕਿਸ ਤਰੀਕੇ ਦਾ ਲੱਗਿਆ ਕਮੈਂਟ ਕਰਕੇ ਤੁਸੀਂ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰ ਸਕਦੇ ਹੋ। ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।